की दिन की रात हर घड़ी हर पल गुजरे, विच खौफ न मिले नजात। बदियां दी राहे बदसूरत हो गए, कर ऐबां नाल मुलाकात। खौफ खुदा दा इस बद खौफों किते है चंगा, जो देवे चंगे गुण कर्मां दी सौगात। मनसूर तू भै राखे अंदर उस निरभै दा, जिस तो दुनिया है अज्ञात, जिस तो दुनिया है अज्ञात। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਉਹ ਹੈ ਡਰ। ਡਰ ਇੱਕ ਕਾਲਪਨਿਕ ਮਨ ਦੀ ਮਨੋਸਥਿਤੀ ਹੈ ਜਿਸ ਵਿੱਚ ਇਨਸਾਨ ਸੁੰਗੜਦਾ ਹੈ। ਡਰ ਖੌਫ ਵਿੱਚ ਰਹਿਣ ਵਾਲਾ ਕਦੇ ਪ੍ਰਫੁੱਲਤ ਨਹੀਂ ਹੋ ਸਕਦਾ, ਜਿਸ ਕਰਕੇ ਕਾਮਯਾਬੀ ਡਰਪੋਕਾਂ ਤੋਂ ਕੋਹਾਂ ਦੂਰ ਰਹਿੰਦੀ, ਕਿਉਂਕਿ ਡਰ ਖੌਫ ਖਦਸ਼ਾ ਇਹ ਕਲਪਨਾ ਦੀ ਉਪਜ ਹੈ। ਡਰ ਦੀ ਹੋਂਦ ਵੀ ਉਦੋਂ ਤੱਕ ਹੀ ਕਾਇਮ ਹੁੰਦੀ ਹੈ ਜਦੋਂ ਤੱਕ ਹਕੀਕਤ ਦਾ ਸਾਹਮਣਾ ਨਾ ਹੋਵੇ। ਜਦੋਂ ਹਕੀਕਤ ਰੂਬਰੂ ਹੁੰਦੀ ਹੈ ਤੇ ਡਰ ਨੂੰ ਖੰਭ ਲਾ ਕੇ ਉੱਡਣਾ ਹੀ ਪੈਂਦਾ ਹੈ। ਇਸ ਗੱਲ ਦੀ ਪੁਸ਼ਟੀ ਅਸੀਂ ਕੁਝ ਤੱਥਾਂ ਤੋਂ ਕਰਾਂਗੇ, ਜਿਵੇਂ ਛੋਟੇ ਬੱਚੇ ਨੂੰ ਹੀ ਲੈ ਲਓ। ਹਕੀਕਤ ਵਿੱਚ ਉਸ ਨੂੰ ਚਾਹੇ ਕਿੰਨਾ ਵੀ ਘਿਨਾਉਣਾ ਡਰਾਵਣਾ ਰੂਪ ਦਿਖਾ ਦਿਓ, ਉਹ ਡਰੇਗਾ ਨਹੀਂ, ਖੇਡੇਗਾ, ਜਦ ਤੱਕ ਉਸ ਦੇ ਅੰਦਰ ਉਹਦਾ ਖੌਫ ਨਾ ਬਿਠਾਇਆ ਜਾਵੇ। ਜਿਸ ਤਰ੍ਹਾਂ ਬੱਚੇ ਸੱਪਾਂ ਤੇ ਹੋਰ ਖਤਰਨਾਕ ਜਾਨਵਰਾਂ ਨਾਲ ਖੇਡਦੇ ਉਹਨਾਂ ਦੇ ਮਗਰ ਦੌੜਦੇ ਦਿਖਾਏ ਜਾਂਦੇ ਨੇ। ਜਦੋਂ ਅਸੀਂ ਆਪ ਬੱਚੇ ਨੂੰ ਆਪ ਦੇ ਬੋਲਾਂ ਦੁਆਰਾ ਹਾਏ ਉਹ ਆ ਗਿਆ, ਹਾਏ ਤੈਨੂੰ ਫੜ ਕੇ ਲੈ ਜਾਣਾ, ਇਸ ਤਰ੍ਹਾਂ ਦੇ ਬੋਲਾਂ ਨਾਲ ਉਸ ਦੇ ਅੱਗੇ ਕਲਪਨਾ ਨਾਲ ਖੌਫ ਖੜਾ ਕਰਦੇ ਹਾਂ ਤੇ ਉਸ ਦੇ ਅੰਦਰ ਡਰ ਬਣਨਾ ਸਟਾਰਟ ਹੋ ਜਾਂਦਾ ਹੈ। ਸੋ ਹਕੀਕਤ ਤੇ ਇਹੀ ਦਰਸਾਉਂਦੀ ਹੈ ਕਿ ਡਰ ਸਾਡੀ ਆਪਣੀ ਬਣਾਈ ਹੋਈ ਕਾਲਪਨਿਕ ਮਨੋਸਥਿਤੀ ਹੈ। ਜਿਵੇਂ ਇੱਕ ਵਾਕਿਅਤ ਅਸੀਂ ਸਾਰਿਆਂ ਨੇ ਤਕਰੀਬਨ ਸੁਣਿਆ ਹੀ ਹੋਵੇਗਾ ਕਿ ਸੱਪ ਦੇ ਡੱਸਣ ਦੇ ਡਰ ਬਾਰੇ, ਕਿ ਕਿਸੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਵਿਗਿਆਨਕਾਂ ਨੇ ਡਰ ਦੇ ਤੱਥ ਨੂੰ ਜ਼ਾਹਰ ਕਰਨ ਲਈ ਉਸ ਵਿਅਕਤੀ ਨੂੰ ਦੱਸਿਆ ਤੈਨੂੰ ਮੌਤ ਸੱਪ ਦੇ ਡੱਸਣ ਨਾਲ ਦੇਣੀ ਹੈ, ਤੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਗਈ ਅਤੇ ਉਸ ਨੂੰ 2 ਸੂਈਆਂ ਚੁਭਾਈਆਂ ਗਈਆਂ ਤੇ ਹੈਰਾਨੀਜਨਕ ਤੱਥ ਇਹ ਨਿਕਲਿਆ ਕਿ ਸੂਈਆਂ ਚੁਭਾਉਣ ਨਾਲ ਹੀ ਉਸ ਦੀ ਮੌਤ ਹੋ ਗਈ। ਸੱਪ ਦੇ ਡੱਸਣ ਦਾ ਕਾਲਪਨਿਕ ਡਰ ਅਚੇਤ ਵਿੱਚ ਹੋਣ ਕਾਰਨ ਡਰ ਸਥਿਤੀ ਹੀ ਉਸ ਦੀ ਮੌਤ ਦਾ ਕਾਰਨ ਬਣੀ। ਡਰ ਜੋ ਹੈ ਇਹ ਸਾਡੇ ਅਚੇਤ ਮਨ ਦੀ ਸਤ੍ਹਾ ਤੇ ਆਲੇ ਦੁਆਲੇ ਵਾਪਰੀਆਂ ਘਟਨਾਵਾਂ ਤੋਂ, ਉਹਨਾਂ ਦੇ ਸਿੱਟੇ ਤੋਂ, ਉਹਨਾਂ ਨੂੰ ਰਟਣ ਤੋਂ ਹੀ ਉਪਜਦਾ ਹੈ। ਇਸ ਤਰ੍ਹਾਂ ਦੇ ਹੋਰ ਕਈ ਡਰ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਅੰਦਰ ਕਲਪਨਾ ਕਰਕੇ ਪਨਾਹ ਦਿੱਤੀ ਹੋਈ ਹੈ, ਤੇ ਜਦ ਤੱਕ ਅਸੀਂ ਉਹਨਾਂ ਦੀ ਹਕੀਕਤ ਤੋਂ ਜਾਣੂ ਨਹੀਂ ਹੁੰਦੇ ਉਹ ਸਾਡਾ ਪਿੱਛਾ ਨਹੀਂ ਛੱਡਦੇ। ਮਨੋਵਿਗਿਆਨਕਤਾ ਦੇ ਤਲ ਤੋਂ ਵਾਚੀਏ ਤਾਂ ਜੀਵ ਦੇ ਅੰਦਰ ਕਈ ਪ੍ਰਕਾਰ ਦੀਆਂ ਸਥਿਤੀਆਂ ਤੋਂ ਡਰ ਬੈਠੇ ਹੋਏ ਨੇ। ਕੁਝ ਡਰ ਤੇ ਸਾਡੇ ਸਭ ਦੇ ਸਾਂਝੇ ਨੇ, ਸਾਨੂੰ ਸਭ ਨੂੰ ਨੇ, ਜਿਵੇਂ ਮੌਤ ਦਾ ਡਰ, ਕੁਝ ਖੁੱਸਣ ਦਾ ਡਰ, ਬੇਇੱਜ਼ਤੀ ਯਾਨੀ ਇਨਸਲਟ ਦਾ ਡਰ, ਤੇ ਕੁਝ ਹੋਰ ਡਰ ਇਹੋ ਜਿਹੇ ਨੇ ਜੋ ਸਭ ਨੂੰ ਅਲੱਗ-ਅਲੱਗ ਨੇ, ਜਿਵੇਂ ਵਿਦਿਆਰਥੀਆਂ ਨੂੰ ਪੇਪਰਾਂ ਦਾ ਡਰ, ਰਿਜ਼ਲਟ ਦਾ ਡਰ, ਕਈਆਂ ਨੂੰ ਜਾਨਵਰਾਂ ਤੋਂ ਡਰ, ਉਚਾਈ ਦਾ ਡਰ, ਵਹਿੰਦੇ ਹੋਏ ਪਾਣੀਆਂ ਤੋਂ ਡਰ, ਕਈਆਂ ਨੂੰ ਡਰਾਈਵਿੰਗ ਦਾ ਡਰ, ਹਨੇਰੇ ਤੋਂ ਡਰ, ਸਟੇਜ ਫੀਅਰ, ਭੀੜ ਤੋਂ ਡਰ, ਭਵਿੱਖ ਦਾ ਡਰ, ਪਾਪਾਂ ਤੋਂ ਡਰ, ਚੋਰਾਂ ਦਾ ਡਰ, ਦੁਸ਼ਮਣ ਦਾ ਡਰ, ਅਣਹੋਣੀ ਘਟਨਾ ਵਾਪਰਨ ਦਾ ਡਰ, ਇਕੱਲੇਪਨ ਦਾ ਡਰ ਇਤਿਆਦਿ। ਇਹ ਸਭ ਡਰ ਬਿਮਾਰ ਮਾਨਸਿਕਤਾ ਦੇ ਨੇ ਤੇ ਇਹ ਡਰ ਹੀ ਕਈ ਬਿਮਾਰੀਆਂ ਦਾ ਕਾਰਨ ਬਣਦੇ ਨੇ। ਇਹ ਜਿੰਨੇ ਵੀ ਡਰ ਨੇ ਇਹਨਾਂ ਸਭਨਾਂ ਦਾ ਕਾਰਨ ਸਾਡੇ ਅੰਦਰ ਆਤਮ ਵਿਸ਼ਵਾਸ ਦੀ ਘਾਟ ਹੈ, ਤੇ ਆਤਮ ਵਿਸ਼ਵਾਸ ਆਤਮਕ ਤਲ ਦੇ ਜਾਗਰਤ ਹੋਣ ਤੋਂ ਆਉਂਦਾ ਹੈ। ਪਰ ਅਸੀਂ ਆਤਮਕ ਤਲ ਤੋਂ ਸੁੱਤੇ ਹੋਏ ਹਾਂ ਅਤੇ 5 ਭੌਤਿਕ ਸਰੀਰ ਦੀ ਸੋਚ ਵਿੱਚ ਹੀ ਫਸੇ ਹੋਏ ਹਾਂ, ਤੇ ਇਹ 5 ਭੌਤਿਕ ਸਰੀਰ ਦੀ ਸੋਚ ਨੂੰ ਅਨੇਕਾਂ ਡਰ ਨੇ। ਸਭ ਤੋਂ ਵੱਡਾ ਡਰ ਹੈ ਜੰਮਣ ਦੇ ਨਾਲ ਮਰਨ ਦਾ, ਜੋ ਇਸ ਦੇ ਮਨ ਦੀ ਸਤ੍ਹਾ ਤੇ ਬੜਾ ਗਹਿਰਾ ਹੈ, ਜਿਸ ਦੀ ਹਕੀਕਤ ਨੂੰ ਅਸੀਂ ਅਣਗੌਲਿਆਂ ਕਰ ਛੱਡਿਆ ਹੈ। ਤਾਂ ਹੀ ਸਾਨੂੰ ਅਣਜਾਣਾ ਨੂੰ ਗੁਰੂ ਗੁਰਬਾਣੀ ਫਰਮਾਨ ਦੇ ਕੇ ਸਮਝਾ ਰਹੀ ਹੈ, ਭੈ ਵਿੱਚ ਜੰਮੇ ਭੈ ਮਰੈ, ਭੀ ਭਉ ਮਨ ਮੈਂ ਹੋਏ। ਇਸੇ ਜਨਮ ਮਰਨ ਦੇ ਮੁੱਢਲੇ ਡਰ ਕਾਰਨ ਇਸ ਦੇ ਅੰਦਰ ਹੋਰ ਕਈ ਤਰ੍ਹਾਂ ਦੇ ਡਰ ਘਰ ਕੀਤੇ ਹੋਏ ਨੇ, ਤੇ ਇਸ 5 ਭੌਤਿਕ ਸਰੀਰ ਦੀ ਸੋਚ ਵਿੱਚ ਬੈਠੀਆਂ 5 ਵਿਕਾਰੀ ਬਿਰਤੀਆਂ ਵੀ ਇਸ ਦੇ ਹਰ ਤਰ੍ਹਾਂ ਦੇ ਡਰ ਦਾ ਕਾਰਨ ਨੇ, ਕਿਉਂਕਿ ਇਹ ਆਪਣੀ ਮਾਇਆਵੀ ਆੜ ਹੇਠ ਜੀਵ ਕੋਲੋਂ ਮਾੜਾ ਕੰਮ ਕਰਵਾਉਂਦੀਆਂ ਨੇ। ਫਿਰ ਉਸ ਮਾੜੇ ਕੰਮ ਦੇ ਮਾੜੇ ਨਤੀਜੇ ਤੋਂ ਜੀਵ ਦੇ ਅੰਦਰ ਡਰ, ਸਹਿਮ ਤੇ ਖੌਫ ਬਣਦਾ ਹੈ, ਤੇ ਇਸ ਖੌਫ ਦੇ ਥੱਲੇ ਦੱਬਿਆ ਹੋਇਆ ਇਨਸਾਨ ਕਿਸੇ ਵੀ ਪੱਖ ਦੀ ਅਸਲ ਸੱਚਾਈ ਦਾ ਸਾਹਮਣਾ ਕਰਨ ਤੋਂ ਡਰਦਾ ਹੈ, ਡਰਪੋਕ ਬਣ ਜਾਂਦਾ ਹੈ। ਪਰ ਇਸ ਬਾਹਰੀ ਡਰ ਤੋਂ ਉੱਪਰ ਉੱਠਣ ਲਈ ਡਰ ਦਾ ਇੱਕ ਦਰੁਸਤ ਰੂਪ ਵੀ ਹੈ ਜੋ ਸਾਡੇ ਅੰਦਰ ਹੋਣਾ ਚਾਹੀਦਾ ਹੈ, ਜਿਸ ਬਾਰੇ ਫਰਮਾਨ ਹੈ, ਭੈ ਬਿਨ ਲਾਗ ਨਾ ਲੱਗਈ, ਨਾ ਮਨ ਨਿਰਮਲ ਹੋਏ।
ਬਿਨਾਂ ਇਸ ਭੈ ਦੇ ਮਨ ਨਿਰਮਲ ਨਹੀਂ ਹੋ ਸਕਦਾ ਅਤੇ ਨਾ ਹੀ ਨਿਰਭਉ ਤੱਕ ਪਹੁੰਚਿਆ ਜਾ ਸਕਦਾ ਹੈ। ਫੁਰਮਾਨ ਹੈ, ਭੈ ਬਿਨ ਨਿਰਭਉ ਕਿਉਂ ਥੀਐ, ਗੁਰਮੁਖ ਸ਼ਬਦ ਸਮਾਏ। ਸਾਨੂੰ ਹੋਣਾ ਚਾਹੀਦਾ ਹੈ ਪਿਤਾ ਪਰਮਾਤਮਾ ਦਾ ਭੈ, ਜੋ ਨਿਰਭੈ ਹੈ, ਕਿਉਂਕਿ ਇਹ ਭੈ ਕੋਈ ਡਰ ਖੌਫ ਨਹੀਂ, ਇੱਕ ਅਦਬ ਸਤਿਕਾਰ ਦੀ ਭਾਵਨਾ ਦਾ ਪ੍ਰਤੀਕ ਹੈ, ਜਿਸ ਵਿੱਚ ਰਹਿ ਕੇ ਜੀਵ ਜੀਵਨ ਸੁਧਾਰ ਸਕਦਾ ਹੈ, ਕਿਉਂਕਿ ਇਹੋ ਭੈ ਹੀ ਜੀਵ ਨੂੰ ਨਿਰਭਉ ਪੁਰਖ ਜਾਨੀ ਅਸਲ ਮੂਲ ਮਾਲਕ ਪਿਤਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਜੀ ਵੱਲ ਖੜ ਸਕਦਾ ਹੈ, ਜਿਸ ਦੀ ਸ਼ਰਨ ਵਿੱਚ ਆਇਆ ਜੀਵ ਦੇ ਸਾਰੇ ਡਰ ਮੁੱਕ ਜਾਂਦੇ ਨੇ। ਇਸ ਗੱਲ ਨੂੰ ਰੁਸ਼ਨਾਉਂਦਾ ਹੋਇਆ ਪਵਿੱਤਰ ਫਰਮਾਨ ਹੈ, ਨਿਰਭਉ ਸੰਗ ਤੁਮਾਰੇ ਬਸਤੈ, ਇਹ ਡਰਨ ਕਹਾਂ ਤੇ ਆਇਆ। ਸੋ ਅਖੀਰ ਗੱਲ ਇੱਥੇ ਮੁੱਕਦੀ ਹੈ ਕਿ ਅਸੀਂ ਸਭ ਕਿਸੇ ਨਾ ਕਿਸੇ ਡਰ ਤੋਂ ਪਰੇਸ਼ਾਨ ਹਾਂ ਤੇ ਸਭ ਤੋਂ ਵੱਡਾ ਡਰ ਸਾਨੂੰ ਮੌਤ ਦਾ ਡਰ ਹੈ। ਇਸ ਡਰ ਦੀ ਮਨੋਸਥਿਤੀ ਤੇ ਕਾਬੂ ਪਾਉਣ ਲਈ ਨਿਰਭਉ ਪਿਤਾ ਪਰਮਾਤਮਾ ਦਾ ਭੈ, ਗੁਣ ਭਰਪੂਰ ਜੀਵਨ, ਰਹਿਤ ਮਰਿਆਦਾ ਵਾਲਾ ਜੀਵਨ ਅਪਣਾਉਣ ਦੇ ਨਾਲ ਸਾਨੂੰ ਇੱਕ ਪ੍ਰੈਕਟੀਕਲ ਘਟਨਾ ਦਾ ਅਨੁਭਵ ਹੋਣਾ ਬਹੁਤ ਜ਼ਰੂਰੀ ਹੈ, ਜੋ ਸਭ ਤੋਂ ਵੱਡੇ ਮੌਤ ਦੇ ਡਰ ਨੂੰ ਮੁਕਾਉਂਦੀ ਹੈ, ਜਿਸ ਬਾਰੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਜਿਉਂਦੇ ਜੀ ਸਾਨੂੰ ਧਿਆਨ ਦੇ ਅਭਿਆਸ ਦੁਆਰਾ ਉਸ ਮਰਨ ਦੀ ਅਨੁਭੂਤੀ ਦੇ ਅਹਿਸਾਸ ਨੂੰ ਮਾਣ ਲੈਣਾ ਚਾਹੀਦਾ ਹੈ, ਤਾਂ ਜੋ ਸਾਡਾ ਇਹ ਸਭ ਤੋਂ ਵੱਡਾ ਡਰ ਆਨੰਦ ਵਿੱਚ ਤਬਦੀਲ ਹੋ ਸਕੇ ਤੇ ਜਿਸ ਨਾਲ ਵੇਟਲੈਸ ਹੋ ਸਾਡਾ ਬੌਧਿਕ ਤਲ ਵੀ ਜਾਗੇ ਤੇ ਅਸੀਂ ਹਰ ਸੱਚਾਈ ਤੋਂ, ਹਕੀਕਤ ਤੋਂ ਜਾਣੂ ਹੁੰਦੇ ਹੋਏ ਅਸਲ ਆਤਮਿਕ ਵਿਸ਼ਵਾਸ ਵਿੱਚ ਪਹੁੰਚੀਏ। ਅਸੀਂ ਆਪਣੇ ਮਨ ਦੀ ਅਚੇਤ ਸਤ੍ਹਾ ਤੇ ਬੈਠੇ ਹਰ ਸਥੂਲ ਤੇ ਸੂਖਮ ਡਰ ਤੋਂ ਨਿਜਾਤ ਪਾ ਨਿਰਭਉ ਪਿਤਾ ਦੀ ਔਲਾਦ ਹੋਣ ਦਾ ਮਾਣ ਪ੍ਰਾਪਤ ਕਰ ਸਕੀਏ, ਆਤਮ ਵਿਸ਼ਵਾਸੀ ਹੋ ਨਿਰਭੈ ਜੀਵਨ ਜਿਉ ਸਕੀਏ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।